ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਡਾ ਗੁਰੂ ਗਿਆਨ ਚੈਨਲ ਤੁਸੀਂ ਆਪ ਵੀ ਸਬਸਕ੍ਰਾਈਬ ਕਰ ਦੇਣਾ, ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਸਬਸਕ੍ਰਾਈਬ ਕਰਨ ਲਈ ਕਹਿਣਾ, ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਜੀ। ਕਿਸੇ ਪ੍ਰਕਾਰ ਦਾ ਕੋਈ ਦਬਾਅ ਜਿਹੜਾ ਹੈ ਉਹ ਪਾਇਆ ਜਾਂਦਾ ਹੈ ਤਾਂ ਕਿ ਕੀ ਪ੍ਰਚਾਰ ਕਰਨਾ ਹੈ, ਕਿਵੇਂ ਦਾ ਪ੍ਰਚਾਰ ਕਰਨਾ ਹੈ ਜਾਂ ਕੀ ਪ੍ਰਚਾਰਕ ਨੇ ਬੋਲਣਾ ਹੈ। ਇਸ ਤਰ੍ਹਾਂ ਦਾ ਜਿਹੜੀ ਗੱਲ ਹੈ ਇਹ ਕਦਾਚਿਤ ਨਾ ਕੋਈ ਪ੍ਰਬੰਧਕੀ ਜਮਾਤ ਕਹਿ ਸਕਦੀ ਹੈ, ਨਾ ਕੋਈ ਸਮਾਜ ਦਾ ਕਲਾਕਾਰਾ ਵਿਅਕਤੀ ਕਹਿ ਸਕਦਾ। ਹੁਣ ਸਵਾਲ ਇਸ ਤਰ੍ਹਾਂ ਹੁੰਦਾ ਹੈ, ਤੇਰਾ ਉੱਤਰ ਦਾਸ ਹਾਂ ਵਿੱਚ ਦੇਣਾ ਚਾਹੇਗਾ। ਜੇ ਬਹੁਤ ਵੱਡੀ ਪੱਧਰ ਤੇ ਨਹੀਂ ਹੁੰਦਾ ਤੇ ਕਿਤੇ ਨਾ ਕਿਤੇ ਪ੍ਰਬੰਧਕ ਆਪਣੀ ਇੱਕ ਮਨਸ਼ਾ ਰੱਖਦੇ ਨੇ ਕਿ ਜਿਹੜਾ ਕੋਈ ਬੁਲਾਰਾ ਆਇਆ ਹੈ ਇਹ ਬੁਲਾਰਾ ਸਾਡੀ ਭਾਵਨਾ ਦੇ ਮੁਤਾਬਕ, ਜੋ ਸਾਡੀ ਇੱਛਾ ਹੈ ਉਹਦੇ ਮੁਤਾਬਕ ਪ੍ਰਚਾਰ ਕਰੇ, ਉਹਦੇ ਮੁਤਾਬਕ ਕਿ ਗੁਰਦੁਆਰੇ ਦੇ ਪ੍ਰਬੰਧਕੀ ਜਮਾਤ ਨੂੰ ਕਦੇ ਵੀ ਰਾਗੀ ਉੱਤੇ, ਕਦੇ ਵੀ ਢਾਡੀ ਪ੍ਰਚਾਰਕ ਗ੍ਰੰਥੀ ਦੇ ਉੱਤੇ ਆਪਣੀ ਨਿਜਮਤ ਜਾਂ ਆਪਣੀ ਵਖਰੇਵਿਆਂ ਭਰੀ ਸੋਚ ਜਿਹੜੀ ਹੈ ਨਾ ਉਹਨੂੰ ਕਦੀ ਪ੍ਰਚਾਰ ਦੇ ਰਾਹ ਦਾ ਰੋੜਾ ਨਹੀਂ ਬਣਾਉਣਾ ਚਾਹੀਦਾ। ਪ੍ਰਚਾਰਕ ਦੇ ਤੌਰ ਤੇ ਪੇਸ਼ ਹੋਣਾ ਚਾਹੀਦਾ, ਪ੍ਰਬੰਧਕ ਹਾਕਮ ਦੇ ਤੌਰ ਤੇ ਨਹੀਂ। ਅੱਜ ਜਿੱਥੇ ਅਸੀਂ ਦੇਖਦੇ ਹਾਂ ਕਿ ਟਕਰਾਅ ਹੁੰਦਾ ਹੈ ਤੇ ਪ੍ਰਬੰਧਕੀ ਜਮਾਤ ਦਾ ਇੱਕ ਵੱਡਾ ਨੁਕਸ ਹੈ ਕਿ ਪ੍ਰਬੰਧਕ ਆਪਣੇ ਆਪ ਨੂੰ ਹਾਕਮ ਸ਼੍ਰੇਣੀ ਦਾ ਹਿੱਸਾ ਮੰਨ ਕੇ ਚੱਲਦੇ ਨੇ ਕਿ ਅਸੀਂ ਪ੍ਰਬੰਧਕ ਹਾਂ। ਪ੍ਰਬੰਧਕ ਦਾ ਮਤਲਬ ਹੈ ਗੁਰੂ ਦਾ ਚਾਕਰ, ਪ੍ਰਬੰਧਕ ਦਾ ਮਤਲਬ ਹੈ। ਤੁਸੀਂ ਦੇਖ ਰਹੇ ਹੋ ਗੁਰਗਿਆਨ ਟੀਵੀ, ਮੈਂ ਹਾਂ ਹਰਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫ਼ਤੇ ਅਸੀਂ ਇੱਕ ਹਫ਼ਤਾਵਾਰੀ ਨਵੀਂ ਸ਼੍ਰੇਣੀ ਸ਼ੁਰੂ ਕੀਤੀ ਹੈ, ਜਿਸ ਵਿੱਚ ਸਿੱਖ ਪੰਥ ਨਾਲ ਸੰਬੰਧਿਤ ਅਹਿਮ ਵਿਸ਼ਿਆਂ ਬਾਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਦੇ ਵਿਚਾਰ ਆਪ ਜੀ ਤੱਕ ਪਹੁੰਚਾ ਰਹੇ ਹਾਂ। ਅੱਜ ਗਿਆਨੀ ਜੀ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਬਾਰੇ ਵਿਚਾਰ ਕਰਨਗੇ। ਅੱਜ ਆਪਾਂ ਸਾਲ 2020 ਵਿੱਚ ਜ਼ਿੰਦਗੀ ਜਿਉ ਰਹੇ ਹਾਂ। 100 ਸਾਲ ਪਹਿਲਾਂ ਸਰਦਾਰ ਲਛਮਣ ਸਿੰਘ ਭੈਰੋਵਾਲ ਵਰਗੇ ਕੌਮੀ ਪ੍ਰਵਾਨਿਆਂ ਦੀ ਸ਼ਹਾਦਤ ਨਾਲ ਕੌਮ ਦੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਨਰੈਣੂ ਵਰਗੇ ਮਹੰਤਾਂ ਤੋਂ ਆਜ਼ਾਦ ਕਰਵਾਏ ਸਨ। ਪਤਾ ਹੈ ਕਿਉਂ ਲੋੜ ਪਈ ਸੀ? ਕਿਉਂਕਿ ਗੁਰੂ ਘਰਾਂ ਦੇ ਪ੍ਰਬੰਧਕ ਸਿੱਖੀ ਪ੍ਰਚਾਰ ਦੇ ਕਾਰਜਾਂ ਤੋਂ ਕੋਹਾਂ ਦੂਰ ਸਨ, ਮਨਮਾਨੀਆਂ ਵੀ ਕਰਦੇ ਸਨ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਤਾਨਾਸ਼ਾਹੀ ਫੈਸਲੇ ਵੀ ਲੈਂਦੇ ਸਨ। ਪਰ ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਬਹੁਤੇ ਗੁਰੂ ਘਰਾਂ ਵਿੱਚ ਅੱਜ ਵੀ ਡੈਮੋਕ੍ਰੇਸੀ ਦਾ ਸਹਾਰਾ ਲੈ ਕੇ ਉਹੋ ਜਿਹੀ ਸੋਚ ਬੈਠੀ ਦਿਖਾਈ ਦੇ ਰਹੀ ਹੈ। ਅਜੋਕੇ ਪ੍ਰਬੰਧਕਾਂ ਦੀਆਂ ਮਨਮਾਨੀਆਂ ਕਰਕੇ ਹੀ ਅੱਜ ਜਦੋਂ ਕੋਈ ਸਿੱਖੀ ਦਾ ਪ੍ਰਚਾਰ ਆਪਾ ਵਾਰ ਕੇ ਕਰਦਾ ਹੈ ਤਾਂ ਪ੍ਰਚਾਰ ਕਰਨ ਵਾਲਿਆਂ ਨੂੰ ਕਿਉਂ ਝੱਲਣੀਆਂ ਪੈਂਦੀਆਂ ਹਨ ਦੁਸ਼ਵਾਰੀਆਂ? ਕਿਸ ਤਰ੍ਹਾਂ ਪ੍ਰਬੰਧਕਾਂ ਵੱਲੋਂ ਪਾਈਆਂ ਜਾਂਦੀਆਂ ਹਨ ਰੁਕਾਵਟਾਂ? ਆਓ ਜਾਣੀਏ ਗਿਆਨੀ ਕੇਵਲ ਸਿੰਘ ਜੀ ਤੋਂ। ਸਿੰਘ ਸਾਹਿਬ ਜੀ, ਜਾਗਦੀਆਂ ਕੌਮਾਂ ਦੇ ਉੱਚੇ ਇਨਸਾਨੀ ਪ੍ਰੋਗਰਾਮ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੋਚ ਦੇ ਅੰਦਰ ਆਪਣੇ ਕੌਮੀ ਪ੍ਰਬੰਧ ਨੂੰ ਲੈ ਕੇ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਸਾਡੀ ਸੋਚ ਦਾ ਇੱਕ ਹਿੱਸਾ ਬਣਦੀਆਂ ਨੇ। ਖਾਸ ਤੌਰ ਤੇ ਅੱਜ ਦੇ ਦੌਰ ਦੇ ਵਿੱਚ ਇਹ ਗੱਲ ਸਾਡੇ ਸਾਹਮਣੇ ਆ ਰਹੀ ਹੈ ਕਿ ਜਿਨ੍ਹਾਂ ਨੂੰ ਅਸੀਂ ਸਿੱਖ ਪ੍ਰਚਾਰਕ ਦੇ ਤੌਰ ਤੇ ਮਾਣ ਸਤਿਕਾਰ ਦਿੰਦੇ ਹਾਂ, ਚਾਹੇ ਉਹ ਰਾਗੀ ਸਿੰਘ ਹੈ, ਚਾਹੇ ਉਹ ਢਾਡੀ ਸਿੰਘ ਹੈ, ਚਾਹੇ ਉਹ ਪ੍ਰਚਾਰਕ ਸਿੰਘ ਹੈ, ਕਿ ਉਹਨਾਂ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਦਬਾਅ ਜਿਹੜਾ ਹੈ ਉਹ ਪਾਇਆ ਜਾਂਦਾ ਹੈ ਤਾਂ ਕਿ ਉਹ ਜਿਹੜਾ ਗੁਰਮਤਿ ਦਾ ਪ੍ਰਚਾਰ ਹੈ, ਜੋ ਸਾਨੂੰ ਸਾਡੇ ਗੁਰੂ ਪਿਤਾ ਜੀ ਨੇ ਨਿਰੋਲਤਾ ਦੇ ਰੂਪ ਦੇ ਵਿੱਚ, ਨਿਰਪੱਖਤਾ ਦੇ ਰੂਪ ਵਿੱਚ ਦਿੱਤਾ ਹੈ, ਜਿਹਦੇ ਅੰਦਰ ਸਿਧਾਂਤ ਦੀ ਪ੍ਰਮੁੱਖਤਾ ਹੈ, ਜਿਹਦੇ ਵਿੱਚ ਸਿੱਖ ਜਜ਼ਬੇ ਦੀ ਪ੍ਰਮੁੱਖਤਾ ਹੈ, ਜਿਹਦੇ ਅੰਦਰ ਸਾਡੇ ਕੌਮ ਦੇ ਨਿਆਰੇਪਨ ਦੀ ਪ੍ਰਮੁੱਖਤਾ ਹੈ, ਜਿਹਦੇ ਅੰਦਰ ਸਾਡੇ ਅੰਦਰ ਜੋ ਸਿਧਾਂਤ ਨੂੰ ਲੈ ਕੇ ਸੰਸਾਰ ਦੇ ਅੰਦਰ ਉਸ ਸਿਧਾਂਤ ਨੂੰ ਜਗਤ ਦੇ ਮਨੁੱਖ ਤੱਕ ਪਹੁੰਚਾਉਣ ਦੇ ਜਿਹੜੀਆਂ ਸੰਭਾਵਨਾਵਾਂ ਨੇ, ਕਿਤੇ ਉਹਨਾਂ ਦੇ ਉੱਤੇ ਜੋ ਸਾਡੇ ਪ੍ਰਚਾਰ ਕਰਨ ਵਾਲੇ ਸੱਜਣ ਨੇ, ਕਿਤੇ ਉੱਥੇ ਦਬਾਅ ਤੇ ਨਹੀਂ ਹੈ।
ਕਿਤੇ ਉੱਥੇ ਇਸ ਤਰ੍ਹਾਂ ਦਾ ਦਬਾਅ ਨਹੀਂ ਪਾਇਆ ਜਾਂਦਾ ਕਿ ਤੁਸੀਂ ਇਹ ਗੱਲ ਇਸ ਤਰ੍ਹਾਂ ਨਹੀਂ ਕਰਨੀ, ਇਹ ਗੱਲ ਉਸ ਤਰ੍ਹਾਂ ਨਹੀਂ ਕਰਨੀ। ਮੈਂ ਇਸ ਪੱਖ ਦੇ ਉੱਤੇ ਇੱਕ ਛੋਟੀ ਜਿਹੀ ਪੁਸਤਕ ਹੈ, ਉਹਦੀ ਚਰਚਾ ਕਰਨੀ ਯੋਗ ਸਮਝੀ ਜਾਂਦੀ ਹੈ। ਉਹ ਹੈ ਕਿ ਦੇਸ਼ ਵਿਦੇਸ਼ ਦੇ ਗੁਰਦੁਆਰੇ ਦਾ ਪ੍ਰਬੰਧ ਤੇ ਸਿੱਖ ਪ੍ਰਚਾਰਕ ਇਹ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਬਹੁਤ ਸਮਾਂ ਪਹਿਲਾਂ ਆਪਣੀ ਜ਼ਿੰਦਗੀ ਦੇ ਵੱਖ-ਵੱਖ ਤਜਰਬਿਆਂ ਦੇ ਵਿੱਚੋਂ ਉਹਨਾਂ ਨੇ ਇਸ ਕਿਤਾਬ ਨੂੰ ਹੋਂਦ ਵਿੱਚ ਲਿਆਂਦਾ। ਇਹ ਕਿਤਾਬ ਬਹੁਤ ਸਾਰੀ ਮੁਕਤ ਛਾਪ ਕੇ ਵੰਡੀ ਗਈ। ਉਹਦੇ ਵਿੱਚੋਂ ਬਹੁਤ ਸਾਰੇ ਪੱਖ ਸਾਨੂੰ ਇਸ ਪੱਖ ਤੋਂ ਮਿਲਦੇ ਨੇ ਕਿ ਜਿਹੜੀ ਪ੍ਰਚਾਰਕ ਜਮਾਤ ਜਿਹੜੀ ਅਸੀਂ ਕੌਮ ਦੇ ਅੰਦਰ ਸਮੇਂ ਦੇ ਨਾਲ ਸਾਡੇ ਕੋਲ ਪੈਦਾ ਹੋਈ ਹੈ, ਅੱਜ ਸਾਨੂੰ ਦਿਖਾਈ ਦੇ ਰਹੀ ਹੈ, ਇਹ ਜਿਹੜੀ ਗੱਲ ਹੈ ਕਿ ਇਹ ਇੱਕ ਪੱਖ ਤੇ ਵੀ ਹੈ ਕਿ ਤੇ ਸਾਨੂੰ ਬਹੁਤ ਗੰਭੀਰਤਾ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜਿਸ ਤਰ੍ਹਾਂ ਦਾ ਅੱਜ ਅਸੀਂ ਪ੍ਰਚਾਰਕ ਪੱਖ ਅਸੀਂ ਉਸਾਰਿਆ ਹੈ, ਜਿਨ੍ਹਾਂ ਵਿੱਚ ਚਿਰਾਗੀ ਸਿੰਘ ਕਹਿੰਦੇ ਹਾਂ, ਢਾਡੀ ਸਿੰਘ ਕਹਿੰਦੇ ਹਾਂ ਜਾਂ ਪ੍ਰਚਾਰਕ ਸਿੰਘ ਮੰਨਦੇ ਹਾਂ, ਕਿ ਇਹਦੀ ਸਾਡੀ ਕੌਮੀ ਗੁਰਬਾਣੀ ਸਿਧਾਂਤਾਂ ਵਿੱਚ ਇਹਦੀ ਕਿੰਨੀ ਕੁ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਸਾਰਥਕਤਾ ਇਤਿਹਾਸ ਵਿੱਚੋਂ ਸਾਨੂੰ ਮਿਲਦੀ ਹੈ, ਜਾਂ ਇਹਦੀ ਅੱਜ ਕਿਸ ਤਰ੍ਹਾਂ ਦੀ ਉਸਾਰੀ ਦੀ ਜ਼ਰੂਰਤ ਹੈ, ਕਿਵੇਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਇਹਨਾਂ ਨੂੰ ਨਿਰਧਾਰਿਤ ਕਰਨ ਦੀ ਜ਼ਰੂਰਤ ਹੈ, ਜਾਂ ਪ੍ਰਚਾਰਕ ਦਾ ਜਿਹੜਾ ਘੇਰਾ ਹੈ ਉਹ ਕਿਸ ਰੂਪ ਦੇ ਵਿੱਚ ਹੋਣਾ ਚਾਹੀਦਾ ਹੈ, ਉਹਦੇ ਉੱਤੇ ਕਿਹੜੀ ਕਿਹੜੀ ਜ਼ਿੰਮੇਵਾਰੀ ਆਇਦ ਹੁੰਦੀ ਹੈ। ਹੁਣ ਇੱਕ ਪੱਖ ਦੀ ਗੱਲ ਆਪਾਂ ਇੱਥੇ ਨਹੀਂ ਕਰ ਸਕਦੇ ਕਿ ਹਲੇ ਦਬਾਅ ਦੀ ਗੱਲ ਕਰੀਏ ਤਾਂ ਇਹ ਗੱਲ ਸਾਡੇ ਮੈਨੂੰ ਜਾਪਦਾ ਹੈ ਕਿ ਸ਼ਾਇਦ ਅਸੀਂ ਇੱਕ ਪਾਸੜ ਗੱਲ ਕਰ ਰਹੇ ਹੋਵਾਂਗੇ। ਸਾਨੂੰ ਇਹ ਦੇਖਣਾ ਪਏਗਾ ਕਿ ਇਹ ਜਿਹੜੇ ਅਸੀਂ ਪ੍ਰਚਾਰ ਦੇ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰ ਮੰਨ ਕੇ ਗੱਲ ਕਰਨੀ ਚਾਹੁੰਦੇ ਕਿ ਉਹਨਾਂ ਦੇ ਪ੍ਰਤੀ ਕੌਮ ਨੇ ਕੋਈ ਹੁਣ ਤੱਕ ਕੋਈ ਵਿਧੀਵਤ, ਕੋਈ ਮਰਜ਼ਾਦਾਵਤ, ਕੋਈ ਇਹੋ ਜਿਹਾ ਆਪਣਾ ਨਿਯਮ ਢਾਂਚਾ ਤਿਆਰ ਕੀਤਾ ਕਿ ਉਹਨਾਂ ਦੀ ਤਿਆਰੀ ਕਿਸੇ ਕੌਮੀ ਮਾਣ ਤਾਣ ਨੂੰ ਲੈ ਕੇ ਬਹੁਤ ਸਿਰਦਰਦੀ ਦੇ ਨਾਲ ਉਹਨਾਂ ਨੂੰ ਤਿਆਰ ਕਰਕੇ ਇਹਨਾਂ ਸੇਵਾ ਦੇ ਲਈ ਇੱਕ ਬੜੇ ਸੁਥਰੇ ਜਿਹੇ ਢੰਗ ਦੇ ਨਾਲ ਅਪਣਾਇਆ ਜਾਵੇ। ਅਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਇੱਥੇ ਬਹੁਤ ਵੱਡੀ ਇੱਕ ਕਮੀ ਦਿਖਾਈ ਦਿੰਦੀ ਹੈ ਕਿ ਸਾਡੀ ਤਿਆਰੀ ਉਸ ਪੱਧਰ ਦੀ ਨਹੀਂ ਹੈ ਜਿਸ ਪੱਧਰ ਦੀ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਅੰਦਰ ਸਾਨੂੰ ਤਿਆਰ ਕਰਨ ਦੇ ਲਈ, ਸਿੱਖ ਦੀ ਤਿਆਰੀ ਦੇ ਲਈ, ਸਿੱਖੀ ਜ਼ਿੰਦਗੀ ਦੀ ਘਾਟ ਦੇ ਲਈ ਜਿਹੜਾ ਉਹ ਪੱਖ ਤਿਆਰ ਕੀਤਾ ਹੈ, ਉਹਦੇ ਉੱਤੇ ਸਾਨੂੰ ਆਪਣੇ ਆਪ ਨੂੰ ਉਹਦੇ ਮੁਤਾਬਕ ਕੌਮ ਨੂੰ ਸੋਚ ਕੇ ਤਿਆਰ ਕਰਨਾ ਪਏ ਕਿ ਜਦੋਂ ਅਸੀਂ ਰਾਗੀ ਸਿੰਘ ਦੀ ਗੱਲ ਕਰਾਂਗੇ, ਪ੍ਰਚਾਰਕ ਸਿੰਘ ਦੀ ਗੱਲ ਕਰਾਂਗੇ ਜਾਂ ਢਾਡੀ ਸਿੰਘ ਦੀ ਗੱਲ ਕਰਾਂਗੇ ਤਾਂ ਉੱਥੇ ਸਾਡਾ ਜੀਵਨ ਜਿਹੜਾ ਹੈ, ਸਾਡੀ ਜ਼ਿੰਦਗੀ ਦਾ ਅਮਲੀ ਪੱਖ ਜਿਹੜਾ ਹੈ, ਸਾਡੀ ਜ਼ਿੰਦਗੀ ਦਾ ਗੁਰੂ ਦੇ ਭਾਉ ਵਾਲਾ ਭਾਣੇ ਨੂੰ ਮੰਨਣ ਵਾਲਾ ਜਿਹੜਾ ਪੱਖ ਹੈ, ਇਹ ਸਾਡੇ ਇਸ ਮਹੱਤਵਪੂਰਨ ਸ਼੍ਰੇਣੀ ਦੇ ਨਾਲ, ਜਮਾਤ ਦੇ ਨਾਲ ਜੁੜਿਆ ਹੋਇਆ ਦਿਖਾਈ ਦਿੰਦੇ। ਜੇ ਗ੍ਰੰਥੀ ਸਿੰਘ ਵੀ ਆਉਂਦੇ ਨੇ, ਹੋਰ ਵੀ ਸੰਬੰਧਿਤ ਸੱਜਣ ਜਿਹੜੇ ਨੇ ਸੇਵਾ ਨਿਭਾਉਣ ਵਾਲੇ ਆਉਂਦੇ ਨੇ। ਇਹ ਸਾਨੂੰ ਇੱਕ ਬਹੁਤ ਮਹੱਤਵਪੂਰਨ ਪੱਖ ਹੈ। ਗੁਰਦਾਸ ਨੂੰ ਵੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਨੂੰ 1974 ਤੋਂ ਲੈ ਕੇ ਹੁਣ ਤੱਕ ਇਹ ਸੇਵਾ ਦੇ ਖੇਤਰ ਦੇ ਵਿੱਚ ਵਿਚਰਨ ਦਾ ਸੁਭਾਗ ਪ੍ਰਾਪਤ ਹੈ। ਸਮੇਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਪ੍ਰਚਾਰਕ ਵੀਰਾਂ ਦਾ, ਜਿਸ ਅਸੀਂ ਰਾਗੇ, ਢਾਡੇ, ਗ੍ਰੰਥੀ, ਪ੍ਰਚਾਰਕ ਸਾਰੇ ਆਉਂਦੇ ਹਾਂ, ਸਾਡੇ ਇਸ ਖੇਤਰ ਵਿੱਚ ਆਉਣਾ ਇਹ ਕਿਸ ਭਾਵਨਾ ਦੇ ਥੱਲੇ ਹੋ ਸਕਦਾ ਹੈ। ਜੀ ਦਾਸ ਗੱਲ ਕਰਨੀ ਚਾਹੁੰਦੇ, ਇਹ ਕੁਝ ਵੀਰਾਂ ਨੂੰ ਵਿਚਾਰ ਅੰਤਰ ਦੇ ਤੌਰ 'ਤੇ ਉਹ ਲੈਣ ਕਿ ਅਸੀਂ ਇਸ ਸੇਵਾ ਦੇ ਖੇਤਰ ਵਿੱਚ ਸੇਵਾ ਲਈ ਘੱਟ ਆਏ ਹਾਂ ਅਤੇ ਜ਼ਿੰਦਗੀ ਦੀ ਲੋੜਾਂ ਦੀ ਪੂਰਤੀ ਲਈ ਵੱਧ ਆਏ। ਸਾਡਾ ਇਸ ਖੇਤਰ ਵਿੱਚ ਆਉਣਾ ਪਰਿਵਾਰ ਦੇ ਨਿਰਵਾਹ ਲਈ, ਜਿਵੇਂ ਹੋਰ ਖਿੱਤਿਆਂ ਵਿੱਚ ਜਾ ਕੇ ਕੋਈ ਨੌਕਰੀ ਕਰਦਾ ਹੈ, ਕੋਈ ਵਪਾਰ ਕਰਦਾ ਹੈ, ਕੋਈ ਹੋਰ ਢੰਗ ਤਰੀਕਾ ਅਪਣਾ ਕੇ ਜ਼ਿੰਦਗੀ ਦੇ ਲਈ ਜੀਵਨ ਸਹੂਲਤਾਂ ਦੀ ਜਿਹੜੀ ਪੂਰਤੀ ਕੀਤੀ ਜਾਂਦੀ ਹੈ,
ਤੇ ਸਾਡਾ ਵੀ ਬਹੁਤਾਤ ਰਾਗੀ ਸਿੰਘ, ਗ੍ਰੰਥੀ ਸਿੰਘ, ਪ੍ਰਚਾਰਕ ਸਿੰਘ, ਢਾਡੀ ਸਿੰਘ, ਕਵੀ ਕਵੀਸ਼ਰ ਸਿੰਘ, ਸਾਡਾ ਇਸ ਖੇਤਰ ਵਿੱਚ ਆਉਣਾ ਵੀ ਬਹੁਤ ਕਰਕੇ ਇਹ ਕੇਵਲ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦਾ ਇੱਕ ਸੁਪਨਾ ਫੁਰਨਾ ਮਗਰ ਸੰਜੋ ਕੇ ਅਸੀਂ ਇਸ ਖੇਤਰ ਵਿੱਚ ਆਏ। ਹੁਣ ਅਗਲੇ ਪਾਸੇ ਜਾ ਕੇ ਜਿੱਥੇ ਸੇਵਾ ਕਰਨੀ ਹੈ ਉਹ ਇੱਕ ਨਿਯਮ ਹੈ, ਉਹ ਪ੍ਰਬੰਧ ਹੈ, ਉਹ ਇੱਕ ਸੰਸਥਾ ਹੈ। ਸੰਸਥਾ ਨੇ ਆਪਣੇ ਪ੍ਰਬੰਧ ਦੇ ਨੁਕਤੇ ਜਿਹੜੇ ਨੇ ਉਹ ਨਿਰਧਾਰਿਤ ਕੀਤੇ ਹੋਏ। ਉਹ ਨੁਕਤੇ ਸਾਡੇ ਤੇ ਜਾਤੀ ਜ਼ਿੰਦਗੀ ਤੇ ਪ੍ਰਭਾਵਿਤ ਨਹੀਂ ਕਰਦੇ। ਉਹ ਸਥਾਨ ਦੇ ਵਾਤਾਵਰਣ ਦੇ ਮੁਤਾਬਕ, ਸਥਾਨ ਦੇ ਰੱਖ ਰਖਾਓ ਦੇ ਮੁਤਾਬਕ ਹੋ ਸਕਦੇ ਨੇ, ਪਰ ਇੱਕ ਪ੍ਰਚਾਰਕ ਦੇ ਉੱਤੇ ਕੀ ਪ੍ਰਚਾਰ ਕਰਨਾ ਹੈ, ਕਿਵੇਂ ਦਾ ਪ੍ਰਚਾਰ ਕਰਨਾ ਹੈ, ਜਾਂ ਕੀ ਪ੍ਰਚਾਰਕ ਨੇ ਬੋਲਣਾ ਹੈ, ਇਸ ਤਰ੍ਹਾਂ ਦਾ ਜਿਹੜੀ ਗੱਲ ਹੈ ਇਹ ਕਦਾਚਿਤ ਨਾ ਕੋਈ ਪ੍ਰਬੰਧਕੀ ਜਮਾਤ ਕਹਿ ਸਕਦੀ ਹੈ, ਨਾ ਕੋਈ ਸਮਾਜ ਦਾ ਕਲਾਕਾਰਾ ਵਿਅਕਤੀ ਕਹਿ ਸਕਦਾ। ਹੁਣ ਸਵਾਲ ਇੱਥੇ ਆਉਂਦਾ ਹੈ ਕਿ ਇਸ ਤਰ੍ਹਾਂ ਹੁੰਦਾ ਹੈ, ਤੇਰਾ ਉੱਤਰ ਦਾਸ ਹਾਂ ਵਿੱਚ ਦੇਣਾ ਚਾਹੇਗਾ। ਜੇ ਬਹੁਤ ਵੱਡੀ ਪੱਧਰ ਤੇ ਨਹੀਂ ਹੁੰਦਾ ਤੇ ਕਿਤੇ ਨਾ ਕਿਤੇ ਪ੍ਰਬੰਧਕ ਆਪਣੀ ਇੱਕ ਮਨਸ਼ਾ ਰੱਖਦੇ ਨੇ ਕਿ ਜਿਹੜਾ ਕੋਈ ਬੁਲਾਰਾ ਆਇਆ ਹੈ ਇਹ ਬੁਲਾਰਾ ਸਾਡੀ ਭਾਵਨਾ ਦੇ ਮੁਤਾਬਕ, ਜੋ ਸਾਡੀ ਇੱਛਾ ਹੈ ਉਹਦੇ ਮੁਤਾਬਕ ਪ੍ਰਚਾਰ ਕਰੇ, ਉਹਦੇ ਮੁਤਾਬਕ ਇਹ ਬੋਲੇ, ਉਹਦੇ ਮੁਤਾਬਕ ਗੱਲ ਕਰੇ। ਸਾਨੂੰ ਯਾਦ ਹੈ ਕਿ ਇੱਕ ਸਮਾਗਮ ਰੱਖਿਆ ਗਿਆ ਬੰਬਈ ਸ਼ਹਿਰ ਦੇ ਅੰਦਰ, ਉਹਦੇ ਅੰਦਰ ਰਾਗੀ ਸਿੰਘ ਵੀ ਗਏ, ਦਾਸ ਵੀ ਗਿਆ, ਹੋਰ ਸੱਜਣ ਵੀ ਗਏ। ਉੱਥੇ ਇੱਕ ਪ੍ਰਬੰਧਕੀ ਜਮਾਤ ਦੇ ਸੱਜਣ ਨੇ ਇਸ ਗੱਲ ਦੇ ਲਈ ਜ਼ੋਰ ਪਾਉਣ ਦਾ ਯਤਨ ਕੀਤਾ ਕਿ ਤੁਸੀਂ ਇੱਥੇ ਨਸ਼ਿਆਂ ਦੇ ਖਿਲਾਫ ਨਹੀਂ ਬੋਲਣਾ। ਉਹਨਾਂ ਦੇ ਵਿੱਚ ਗਿਆਨੀ ਸੰਤ ਮਸਕੀਨ ਜੀ ਵੀ ਸਨ, ਦਾਸ ਵੀ ਸੀ, ਪ੍ਰੋਫੈਸਰ ਦਰਸ਼ਨ ਸਿੰਘ ਜੀ ਵੀ ਸਨ। ਅਸੀਂ ਸਾਰੇ ਹੀ ਸੀ। ਸਾਰਿਆਂ ਦਾ ਇੱਕ ਉੱਤਰ ਸੀ ਕਿ ਅਸੀਂ ਗੁਰੂਦੇਵ ਦੇ ਪ੍ਰਚਾਰਕ ਹਾਂ। ਅਸੀਂ ਕੇਵਲ ਤੇ ਕੇਵਲ ਉਹ ਗੱਲ ਬੋਲਾਂਗੇ ਜੋ ਸਾਨੂੰ ਬੋਲਣ ਲਈ ਸਿੱਖ ਰਹਿਤ ਮਰਜ਼ਾਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰੇਰਨਾ ਅਸੀਸ ਮਿਲਦੀ ਹੈ। ਅਸੀਂ ਉਸ ਗੱਲ ਨੂੰ ਬੋਲੇ ਤੋਂ ਬਗੈਰ ਨਹੀਂ ਰਹਿ ਸਕਦੇ। ਜੇ ਅਸੀਂ ਨਹੀਂ ਬੋਲਾਂਗੇ ਤੇ ਅਸੀਂ ਆਪਣੇ ਕਰਤੱਵ ਤੇ ਕਤਾਈ ਕਰਾਂਗੇ। ਤੇ ਦਾਸ ਨੂੰ ਯਾਦ ਹੈ ਬਹੁਤ ਨਿੱਠ ਕੇ ਬੋਲਿਆ ਗਿਆ, ਹਜ਼ਾਰਾਂ ਦੀ ਤਾਦਾਦ ਅੰਦਰ ਸਿੱਖ ਸੰਗਤ ਨੇ ਸੁਣਿਆ ਤੇ ਉੱਥੇ ਕਿਸੇ ਦੀ ਪਰਵਾਹ ਨਹੀਂ ਕੀਤੀ ਗਈ। ਇਸ ਤਰ੍ਹਾਂ ਹੋਰ ਵੀ ਸਮੇਂ ਦੇ ਨਾਲ ਇਹੋ ਜਿਹੇ ਮਾਹੌਲ ਬਣਦੇ ਨੇ, ਪਰ ਇਹ ਗੱਲ ਬੜੀ ਸਪਸ਼ਟ ਕਹਿਣੀ ਚਾਹਾਂਗੇ ਕਿ ਗੁਰਦੁਆਰੇ ਦੇ ਪ੍ਰਬੰਧਕੀ ਜਮਾਤ ਨੂੰ ਕਦੀ ਵੀ ਰਾਗੀ ਉੱਤੇ, ਕਦੀ ਵੀ ਢਾਡੀ ਪ੍ਰਚਾਰਕ ਗ੍ਰੰਥੀ ਦੇ ਉੱਤੇ ਆਪਣੀ ਨਿਜਮਤ ਜਾਂ ਆਪਣੀ ਵਖਰੇਵਿਆਂ ਭਰੀ ਸੋਚ ਜਿਹੜੀ ਹੈ ਨਾ, ਉਹਨੂੰ ਕਦੀ ਪ੍ਰਚਾਰ ਦੇ ਰਾਹ ਦਾ ਰੋੜਾ ਨਹੀਂ ਬਣਾਉਣਾ ਚਾਹੀਦਾ। ਪ੍ਰਚਾਰਕ ਨੂੰ ਉਹ ਗੁਰੂ ਦੇ ਬੁਲਾਇਆ ਬੋਲੇ, ਪੰਥ ਦੇ ਅਸੂਲਾਂ ਨੂੰ ਸਮਝ ਰੱਖ ਕੇ ਬੋਲੇ। ਪ੍ਰਚਾਰਕ ਸਿੱਖ ਰਹਿਤ ਮਰਜ਼ਾਦਾ ਤੋਂ ਸੱਜੇ ਖੱਬੇ ਨਹੀਂ ਜਾਣਾ ਚਾਹੀਦਾ। ਰਾਗੀ ਸਿੰਘ ਤੇ ਵੀ ਰਹਿਤ ਮਰਜ਼ਾਦਾ ਲਾਗੂ ਹੁੰਦੀ ਹੈ, ਢਾਡੀ ਸਿੰਘ ਤੇ ਵੀ ਲਾਗੂ ਹੁੰਦੀ ਹੈ, ਔਰ ਪ੍ਰਚਾਰਕ ਤੇ ਵੀ ਲਾਗੂ ਹੁੰਦੀ ਹੈ, ਗ੍ਰੰਥੀ ਸਿੰਘ ਤੇ ਵੀ ਲਾਗੂ ਹੁੰਦੀ ਹੈ। ਤੇ ਅਸੀਂ ਦੇਖਦੇ ਹਾਂ ਕਈ ਵਾਰ ਮੇਰੇ ਵਰਗਾ ਸੱਜਣ ਵੀ ਜਿਹੜਾ ਹੈ ਉਹ ਸਮਝੌਤਾ ਕਰਦਾ ਹੈ। ਉਹ ਮੇਰੀ ਗਲਤੀ ਵੀ ਹੈ। ਜਿਹੜਾ ਸੱਜਣ ਮੰਨ ਜਾਏ ਕਿ ਮੈਂ ਠੀਕ ਹੈ ਜੀ, ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਉਤਰਾ ਹੀ ਬੋਲਾਂਗੇ, ਉਤਰਾ ਹੀ ਕਰਾਂਗੇ, ਤੇ ਖਿਮਾ ਕਰਨਾ ਉਹ ਸਾਡੇ ਲਈ ਕੁਤਾਹੀ ਦਾ ਇੱਕ ਬਹੁਤ ਵੱਡਾ ਦੋਸ਼ ਲੱਗੇਗਾ ਸਾਡੇ ਉੱਤੇ। ਇਹ ਨਹੀਂ ਲੱਗਣਾ ਚਾਹੀਦਾ। ਪ੍ਰਚਾਰਕ ਨੂੰ ਤੱਥ, ਸੱਚ, ਸਿਧਾਂਤ, ਅਸੂਲ ਜੋ ਸਾਨੂੰ ਗੁਰਬਾਣੀ ਚੋਂ ਮਿਲਦੇ ਨੇ ਜਾਂ ਸਿੱਖ ਰਹਿਤ ਮਰਜ਼ਾਦਾ ਚੋਂ ਮਿਲਦੇ ਨੇ, ਉਹਨਾਂ ਦੀ ਵਫਾਦਾਰੀ ਨਿਭਾਉਣ ਦੇ ਲਈ ਸਾਨੂੰ ਕੁਰਬਾਨੀ ਵੀ ਕਰਨੀ ਪਵੇ ਤੇ ਸਾਨੂੰ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਤੇ ਇਸ ਲਈ ਸਾਨੂੰ ਇਹ ਝਿਜਕ ਜਿਹੜੀ ਹੈ ਦਿਲ ਦਿਮਾਗ ਵਿੱਚ ਨਹੀਂ ਰੱਖਣੀ ਚਾਹੀਦੀ, ਕਿਉਂਕਿ ਕਈ ਸੱਜਣ ਝਿਜਕਦੇ ਨੇ, ਮੇਰੇ ਬੱਚਿਆਂ ਦਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ, ਮੇਰੇ ਕੋਲ ਘਰ ਨਹੀਂ ਹੈਗਾ, ਮੇਰੇ ਕੋਲ। ਇਹ ਸਾਡੀਆਂ ਜਾਤੀ ਕਮਜ਼ੋਰੀਆਂ ਨੇ, ਪਰ ਇਹਨਾਂ ਜਾਤੀ ਕਮਜ਼ੋਰੀਆਂ ਨੂੰ ਲੈ ਕੇ ਮੈਂ ਸਿਧਾਂਤ ਨੂੰ ਅੱਗੇ ਨਾ ਸਮਝੌਤਾ ਨਹੀਂ ਕਰ ਸਕਦਾ। ਮੈਨੂੰ ਉੱਥੇ ਸੇਵਾ ਤਿਆਗ ਦੇਣ ਵਿੱਚ ਜਿਹੜਾ ਹੈ ਮਨ ਮਹਿਸੂਸ ਹੋਣਾ ਚਾਹੀਦਾ ਹੈ
ਕਿ ਤਾਂ ਕਿ ਅਸੀਂ ਆਪਣੇ ਕੌਮੀ ਫਰਜ਼ ਦੀ ਅਦਾਇਗੀ ਕਰ ਸਕੀਏ। ਦਾਸ ਦੀ ਆਪਣੀ ਜ਼ਿੰਦਗੀ ਦਾ ਵਾਕਿਆ ਕਿ ਇੱਕ ਗੁਰੂ ਘਰ ਦੀ ਸੇਵਾ ਕਰਦਿਆਂ ਉੱਥੋਂ ਦੇ ਸੰਸਥਾ ਦੇ ਪ੍ਰਬੰਧਕ ਇੱਕ ਸੱਜਣ, ਬੜਾ ਜ਼ਿੰਮੇਵਾਰ ਸੱਜਣ ਸੀ, ਪਿੱਛੇ ਲੈ ਗਿਆ, ਭਾਈ ਸਾਹਿਬ ਜੀ ਤੁਸੀਂ ਅੱਜ ਇਤਿਹਾਸ ਦੀ ਗੱਲ ਨਹੀਂ ਕਰਨੀ, ਤੁਸੀਂ ਅੱਜ ਕੇਵਲ ਬਾਣੀ ਦੀ ਗੱਲ ਕਰੋ। ਤੇ ਦਾਸ ਦਾ ਉੱਤਰ ਸੀ, ਦਾਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਚੌਂਕੀਦਾਰ ਹੈ, ਤੁਹਾਡਾ ਨੌਕਰ ਨਹੀਂ ਹੈ। ਜੋ ਗੁਰੂ ਜੀ ਬੁਲਾਣਗੇ ਉਹੀ ਬੋਲਿਆ ਜਾਏਗਾ। ਤੇ ਗੁਰੂ ਜੀ ਨੇ ਕਿਰਪਾ ਕੀਤੀ, ਜਿੰਨਾ ਸਮਾਂ ਮਿਲਿਆ ਸੇਵਾ ਕੀਤੀ। ਤੇ ਜੋ ਦੇਖਿਆ ਕਿ ਨਹੀਂ ਇਹ ਜ਼ਮੀਰ ਤੇ ਭਾਰ ਪੈਂਦਾ, ਜ਼ਮੀਰਾਂ ਮਾਰ ਕੇ ਕੰਮ ਨਹੀਂ ਕੀਤਾ ਜਾ ਸਕਦਾ, ਤੇ ਬੜੀ ਸ਼ਾਨ ਦੇ ਨਾਲ ਉੱਥੋਂ ਤਿਆਗ ਪੱਤਰ ਦੇ ਕੇ ਕੌਮ ਦੀ ਸੇਵਾ ਲਈ ਦੂਜੇ ਪਾਸੇ ਅੱਗੇ ਨਿਕਲ ਕੇ ਤੁਰ ਗਿਆ। ਇਸ ਲਈ ਸਾਨੂੰ ਇਹਨਾਂ ਪ੍ਰਭਾਵਾਂ ਤੋਂ ਉੱਪਰ ਨਿਕਲਣਾ ਚਾਹੀਦਾ। ਜੇ ਪ੍ਰਚਾਰਕ ਇੰਨੀ ਹਿੰਮਤ ਨਹੀਂ ਕਰ ਪਾਏਗਾ, ਜੇ ਪ੍ਰਚਾਰਕ ਨਜਾਇਜ਼ ਦਬਾਅ ਥੱਲੇ ਚਲੇ ਜਾਏਗਾ, ਜਿਹੜਾ ਕੇਵਲ ਆਪਣੀ ਨਿਜ ਮਤ ਜਾਂ ਆਪਣੀ ਅਕਲ ਚੋਂ ਪੈਦਾ ਹੁੰਦਾ ਹੈ। ਹਾਂ, ਜੇ ਪ੍ਰਚਾਰਕ ਮਰਜ਼ਾਦਾ ਦੇ ਮੁਤਾਬਕ ਪ੍ਰਬੰਧਕਾਂ ਨੂੰ ਨਹੀਂ ਦਿਖਾਈ ਦਿੰਦਾ ਤੇ ਪ੍ਰਬੰਧਕ ਉਹ ਕਹਿੰਦੇ ਨੇ ਕਿ ਤੁਸੀਂ ਇੱਥੇ ਮਰਜ਼ਾਦਾ ਤੋਂ ਬਾਹਰ ਨਹੀਂ ਜਾਣਾ, ਤੇ ਉਸ ਮੌਕੇ ਭਾਵੇਂ ਰਾਗੀ ਸਿੰਘ ਹੈ, ਭਾਵੇਂ ਢਾਡੀ ਸਿੰਘ ਹੈ, ਭਾਵੇਂ ਪ੍ਰਚਾਰਕ ਸਿੰਘ ਹੈ, ਭਾਵੇਂ ਗ੍ਰੰਥੀ ਸਿੰਘ ਹੈ, ਤੇ ਉਹਨਾਂ ਨੂੰ ਮਰਜ਼ਾਦਾ ਵਾਸਤੇ ਦਿੱਤੀ ਪ੍ਰੇਰਨਾ ਨੂੰ ਸਿਰ ਨੀਵਾਂ ਕਰਕੇ ਮੰਨ ਲੈਣਾ ਚਾਹੀਦਾ, ਸਵੀਕਾਰ ਕਰਨਾ ਚਾਹੀਦਾ, ਤਾਂ ਕਿ ਉਹ ਆਪਣੇ ਕੌਮੀ ਜਿਹੜੀ ਜਕਜਹਿਤੀ ਹੈ, ਕੌਮੀ ਇੱਕ ਸੁਰਤਾ ਜਿਹੜੀ ਹੈ, ਉਹਦੇ ਉੱਤੇ ਉਹਦੀ ਪਹਿਰੇਦਾਰੀ ਦਾ ਪੂਰੀ ਤਰ੍ਹਾਂ ਵਫਾਦਾਰੀ ਨਿਭਾ ਸਕੇ। ਇਹ ਪ੍ਰਚਾਰਕ ਦੇ ਅੰਦਰ ਇਸ ਤਰ੍ਹਾਂ ਦੀ ਲਗਨ ਜਿਹੜੀ ਹੈ ਇਹ ਹੋਣੀ ਚਾਹੀਦੀ। ਅਸੀਂ ਦੇਖਦੇ ਹਾਂ ਪ੍ਰਚਾਰਕਾਂ ਦੇ ਵਿੱਚ ਜਿਹੜਾ ਇੱਕ ਵਖਰੇਵਾ ਆ ਗਏ, ਪ੍ਰਚਾਰਕਾਂ ਦੀ ਜਿਹੜੀ ਹੈ ਉਹ ਤਿਆਰੀ ਜਿਹੜੀ ਹੈ ਇੱਕ ਥਾਂ ਤੇ ਨਾ ਹੋਣ ਕਰਕੇ, ਇੱਕ ਤਰ੍ਹਾਂ ਦੀ ਨਾ ਹੋਣ ਕਰਕੇ ਅੱਜ ਵਰਤਮਾਨ ਸਮੇਂ ਪ੍ਰਚਾਰਕ ਆਪਸ ਵਿੱਚ ਸਾਨੂੰ ਕਿਤੇ ਵਿਚਾਰ ਅੰਤਰ ਰੱਖਦੇ ਇੱਕ ਦੂਜੇ ਦੇ ਨਾਲ ਸਾਨੂੰ ਵਿਚਾਰਾਂ ਦੇ ਕਰਕੇ ਖਹਿੰਦੇ ਹੋਏ ਦਿਖਾਈ ਦੇ ਰਹੇ ਨੇ। ਇਹ ਮੇਰੀ ਕੌਮ ਦੇ ਸਾਹਮਣੇ ਇੱਕ ਬਹੁਤ ਵੱਡਾ ਦੁਖਾਂਤ ਹੈ, ਬਹੁਤ ਵੱਡਾ ਮੇਰੀ ਕੌਮ ਦੇ ਸਾਹਮਣੇ ਖਤਰਾ ਹੈ, ਜਿੱਥੋਂ ਅੱਜ ਕੌਮ ਦੇ ਹਰ ਇੱਕ ਵਰਗ ਨੂੰ, ਪ੍ਰਚਾਰਕ ਵੀਰ ਨੂੰ, ਭਾਵੇਂ ਰਾਗੀ ਸਿੰਘ ਹੈ, ਢਾਡੀ ਸਿੰਘ ਹੈ, ਗ੍ਰੰਥੀ ਸਿੰਘ ਹੈ, ਚਾਹੇ ਉਹ ਪ੍ਰਚਾਰਕ ਹੈ, ਸਾਨੂੰ ਅੱਜ ਸਾਰਿਆਂ ਨੂੰ ਇਸ ਪੱਖੋਂ ਸੋਚਣ ਦੇ ਲਈ ਤਿਆਰ ਰਹਿਣਾ ਚਾਹੀਦਾ, ਕਿਉਂਕਿ ਅਸੀਂ ਖਾਲਸਾ ਪੰਥ ਦੇ ਸੇਵਕ ਹਾਂ ਤੇ ਖਾਲਸਾ ਪੰਥ ਲਈ ਕੰਮ ਕਰਨਾ ਹੈ, ਖਾਲਸਾ ਪੰਥ ਦੀ ਗੱਲ ਕਰਨੀ ਹੈ। ਅਸੀਂ ਕਿਸੇ ਸੰਪਰਦਾ, ਅਸੀਂ ਕਿਸੇ ਡੇਰੇ, ਅਸੀਂ ਕਿਸੇ ਛੋਟੇ ਜਿਹੇ ਵਰਗ ਦੀ ਵਫਾਦਾਰੀ ਦੇ ਪ੍ਰਚਾਰ ਨਹੀਂ ਕਰਨਾ। ਉਹ ਵਖਰੇਵੇਂ ਸਾਡੇ ਜਿਹੜੇ ਨੇ ਕੌਮ ਦੇ ਲਈ ਅੱਜ ਦੀ ਤਰੀਕ ਚੁਣੌਤੀ ਬਣੇ ਹੋਏ ਨੇ, ਉਹਨਾਂ ਚੁਣੌਤੀਆਂ ਚੋਂ ਬਾਹਰ ਨਿਕਲਣ ਦੇ ਲਈ ਕੌਮ ਨੂੰ ਸਿਰ ਜੋੜਨਾ, ਸਾਰਿਆਂ ਨਾਲ ਲੈ ਕੇ ਤੁਰਨਾ, ਵੱਖ-ਵੱਖ ਵਿਚਾਰ ਅੰਤਰਾਂ ਨੂੰ ਖਤਮ ਕਰਨਾ, ਇਹ ਮੇਰੀ ਕੌਮ ਦੀ ਵੱਡੀ ਜ਼ਿੰਮੇਵਾਰੀ ਹੈ। ਇਹਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੋ ਸਕਦੀ ਹੈ। ਉਹ ਵੀ ਉਸ ਮੌਕੇ ਹੋ ਸਕਦੀ ਹੈ ਜਦੋਂ ਕੌਮ ਅਕਾਲ ਤਖਤ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਣ ਹੋ ਕੇ, ਪੂਰੀ ਤਰ੍ਹਾਂ ਅਕੀਦਤ 'ਤੇ ਜਾ ਕੇ ਉੱਥੋਂ ਆਪ ਪੰਥਕ ਜਿਹੜੀ ਜੁਗਤ ਹੈ, ਜਿਹੜੀ ਗੁਰੂ ਜੀ ਨੇ ਸਾਨੂੰ ਦਿੱਤੀ ਹੈ ਕਿ ਜਿਹੜੀ ਜੁਗਤ ਖਾਲਸੇ ਪੰਥ ਨੂੰ ਬਖਸ਼ੀ ਸੀ, ਉਹਦੀ ਵਰਤੋਂ ਜੇ ਖਾਲਸਾ ਪੰਥ ਨੂੰ ਕਰਨੀ ਆ ਜਾਏ ਤਾਂ ਅਸੀਂ ਇਹ ਵਰਤਮਾਨ ਸਮੇਂ ਵਿੱਚ ਜਿਹੜੀਆਂ ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਦੁਸ਼ਵਾਰੀਆਂ ਹੁੰਦੀਆਂ ਨੇ, ਪ੍ਰਚਾਰਕਾਂ ਦੇ ਸਾਹਮਣੇ ਰੁਕਾਵਟਾਂ ਹੁੰਦੀਆਂ ਨੇ, ਇਹ ਸਾਰੀਆਂ ਰੁਕਾਵਟਾਂ ਵਿੱਚੋਂ ਅਸੀਂ ਬਾਹਰ ਨਿਕਲ ਸਕਦੇ ਹਾਂ ਤੇ ਨਿਕਲਣਾ ਬਹੁਤ ਜ਼ਰੂਰੀ ਹੈ। ਇਹ ਗੱਲ ਸਾਡੇ ਸਾਹਮਣੇ ਹੋਰ ਮਹੱਤਵਪੂਰਨ ਹੈ, ਜਿਹੜੀ ਇਸ ਵਿਸ਼ੇ ਨੂੰ ਆਪਾਂ ਸਪਸ਼ਟ ਕਰਦੇ ਹਾਂ, ਗੱਲ ਕਹਿਣੀ ਚਾਹਾਂਗੇ, ਉਹ ਹੈ ਕਿ ਸਾਡਾ ਇਤਿਹਾਸ ਨੂੰ ਬਾਣੀ ਦੀ ਕਸੌਟੀ ਤੇ ਪਰਖ ਕੇ ਪੇਸ਼ ਕਰਨ ਵਾਲਾ ਇੱਕ ਜ਼ਿੰਮੇਵਾਰਾ ਰਵੱਈਆ ਇਹ ਸਾਨੂੰ ਅਪਣਾਉਣਾ ਪਏ। ਜਦੋਂ ਇਤਿਹਾਸ ਨੂੰ ਅਸੀਂ ਮਨੌਤਾਂ ਤੇ ਕਲਪਨਾਵਾਂ ਦੇ ਉੱਤੇ ਆਧਾਰਿਤ ਕਰਕੇ ਕੇਵਲ ਅਸੀਂ ਇੱਕ ਪਾਸੜ ਕਰਕੇ ਪੇਸ਼ ਕਰਦੇ ਹਾਂ ਤਾਂ ਇਤਿਹਾਸ ਦੇ ਨਾਲ ਬੇਇਨਸਾਫੀ ਜਿਹੜੀ ਹੈ ਉਹ ਨਾ ਰਾਗੀ ਸਿੰਘ ਦੁਆਰਾ ਹੋਣੀ ਚਾਹੀਦੀ ਹੈ, ਨਾ ਪ੍ਰਚਾਰਕ ਦੁਆਰਾ ਹੋਣੀ ਚਾਹੀਦੀ ਹੈ, ਨਾ ਢਾਡੀ ਦੁਆਰਾ ਹੋਣੀ ਚਾਹੀਦੀ ਹੈ, ਨਾ ਸਤਿਕਾਰਤ ਗ੍ਰੰਥੀ ਸਿੰਘ ਜੀ ਦੁਆਰਾ ਹੋਣੀ ਚਾਹੀਦੀ ਹੈ, ਨਾ ਹੀ ਕਿਸੇ ਪ੍ਰਬੰਧਕ ਦੇ ਦੁਆਰਾ ਹੋਣੀ ਚਾਹੀਦੀ।
ਇਸ ਕਰਕੇ ਪ੍ਰਬੰਧਕਾਂ ਨੂੰ ਸੇਵਾਦਾਰ ਦੇ ਤੌਰ ਤੇ ਪੇਸ਼ ਹੋਣਾ ਚਾਹੀਦਾ, ਪ੍ਰਬੰਧਕ ਹਾਕਮ ਦੇ ਤੌਰ ਤੇ ਨਹੀਂ। ਅੱਜ ਜਿੱਥੇ ਅਸੀਂ ਦੇਖਦੇ ਹਾਂ ਕਿ ਟਕਰਾਅ ਹੁੰਦਾ ਹੈ ਤੇ ਪ੍ਰਬੰਧਕੀ ਜਮਾਤ ਦਾ ਇੱਕ ਵੱਡਾ ਨੁਕਸ ਹੈ ਕਿ ਪ੍ਰਬੰਧਕ ਆਪਣੇ ਆਪ ਨੂੰ ਹਾਕਮ ਸ਼੍ਰੇਣੀ ਦਾ ਹਿੱਸਾ ਮੰਨ ਕੇ ਚੱਲਦੇ ਨੇ ਕਿ ਅਸੀਂ ਪ੍ਰਬੰਧਕ ਹਾਂ। ਪ੍ਰਬੰਧਕ ਦਾ ਮਤਲਬ ਹੈ ਗੁਰੂ ਦਾ ਚਾਕਰ, ਪ੍ਰਬੰਧਕ ਦਾ ਮਤਲਬ ਹੈ ਉਹ ਵਿਅਕਤੀ ਜਿਹਦੇ ਵਿੱਚ ਹਉਮੈ ਨਹੀਂ ਹੈ, ਪ੍ਰਬੰਧਕ ਦਾ ਮਤਲਬ ਹੈ ਉਹ ਵਿਅਕਤੀ ਜਿਹੜਾ ਗੁਰਬਾਣੀ ਦੇ ਸ਼ਬਦ ਦੀ ਕਸੌਟੀ ਦੇ ਅਮਲ ਉੱਤੇ, ਰਹਿਤ ਮਰਜ਼ਾਦਾ ਦੇ ਅਮਲ ਉੱਤੇ ਪੂਰੀ ਤਰ੍ਹਾਂ ਟਿਕਿਆ ਹੋਇਆ ਹੈ। ਅਗਰ ਪ੍ਰਬੰਧਕ ਗੁਰਬਾਣੀ ਦੁਆਰਾ ਸਿੱਖ ਰਹਿਤ ਮਰਜ਼ਾਦਾ ਦੀ ਕਸੌਟੀ ਦਾ ਪੂਰੀ ਤਰ੍ਹਾਂ ਪਾਲਕ ਹੈ ਤੇ ਰਾਗੀ ਸਿੰਘ ਪਾਲਕ ਹੈ, ਢਾਡੀ ਸਿੰਘ ਪਾਲਕ ਹੈ, ਪ੍ਰਚਾਰਕ ਪਾਲਕ ਹੈ, ਗ੍ਰੰਥੀ ਸਿੰਘ ਪਾਲਕ ਹੈ, ਫਿਰ ਦਬਾਅ ਵਾਲਾ ਜਿਹੜਾ ਪੱਖ ਹੈ ਉਹਦੇ ਵਿੱਚੋਂ ਆਪਣੇ ਆਪ ਹੀ ਮੰਨਫੀ ਹੋ ਜਾਏਗਾ। ਉੱਥੇ ਪ੍ਰਚਾਰਕ ਜਿਹੜਾ ਹੈ ਨਿਡਰਤਾ ਨਾਲ, ਨਿਰਵੈਰਤਾ ਨਾਲ, ਨਿਰਭੈਤਾ ਦੇ ਨਾਲ ਬਿਲਕੁਲ ਆਪਣੇ ਗੁਰੂ ਦੀ ਜਿਹੜੀ ਗੱਲ ਹੈ ਉਹ ਸੰਗਤ ਦੇ ਅੱਗੇ ਪੇਸ਼ ਕਰੇਗਾ ਔਰ ਉਹਦੇ ਸਾਹਮਣੇ ਕਿਸੇ ਨੂੰ ਲਾ ਕੇ ਨਹੀਂ, ਕਿਸੇ ਨੂੰ ਨੀਵਾਂ ਦਿਖਾਉਣ ਦੀ ਭਾਵਨਾ ਨਾਲ ਗੱਲ ਕਰਨ ਵਾਲੀ ਬਿਰਤੀ ਉਹਦੇ ਵਿੱਚ ਵੀ ਨਹੀਂ ਆਏਗੀ। ਉਹ ਐਨ ਨਿੱਠ ਕੇ ਬਹੁਤ ਅਦਬ ਦੇ ਨਾਲ ਆਪਣੀ ਕੌਮੀ ਜ਼ਿੰਮੇਵਾਰੀ ਦੀ ਪਾਲਣਾ ਕਰੇਗਾ ਕਿਉਂਕਿ ਉਹਦਾ ਪੰਥਕ ਫਰਜ਼ ਬਣਦਾ ਹੈ। ਸੋ ਆਓ, ਇਹ ਸਾਨੂੰ ਜੋ ਕਮੀ ਦਿਖਾਈ ਦੇ ਰਹੀ ਹੈ, ਜੋ ਹੈਗੀ ਹੈ, ਇਹ ਭਾਵੇਂ ਪ੍ਰਬੰਧਕੀ ਜਮਾਤ ਦੇ ਸੁਭਾਅ ਵਿੱਚ ਹੈ, ਭਾਵੇਂ ਰਾਗੀ ਢਾਡੇ ਗ੍ਰੰਥੀ ਪ੍ਰਚਾਰਕ ਦੇ ਸੁਭਾਅ ਵਿੱਚ ਹੈ, ਇਹਨਾਂ ਨੂੰ ਕਮਜ਼ੋਰੀਆਂ ਤੋਂ ਅੱਜ ਕੌਮ ਨੂੰ ਮੁਕਤ ਵਾਤਾਵਰਨ ਚਾਹੀਦਾ ਹੈ। ਇਹਦੇ ਲਈ ਸਿਰ ਜੋੜ ਕੇ ਕੰਮ ਕਰੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਦੇ ਲੇਖੀਆਂ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ। ਅਗਲੇ ਹਫ਼ਤੇ ਇਹਨਾਂ ਤੋਂ ਜਾਣਾਂਗੇ ਕਿ ਸੰਗਤਾਂ ਕਿਹੜੀਆਂ ਗੱਲਾਂ ਤੋਂ ਸੁਚੇਤ ਹੋਣ ਤਾਂ ਕਿ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਂਦਾ ਜਾ ਸਕੇ। ਦੇਖਣਾ ਨਾ ਭੁੱਲਣਾ ਜੀ। ਜੇ ਤੁਸੀਂ ਹਾਲੇ ਤੱਕ ਸਾਡਾ ਗੁਰੂ ਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਹੇਠਾਂ ਸਬਸਕ੍ਰਾਈਬ ਦਾ ਬਟਨ ਦਬਾ ਦਿਓ ਜੀ, ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਇਆ ਕਰੇ। ਅਗਲੇ ਹਫ਼ਤੇ ਗਿਆਨੀ ਕੇਵਲ ਸਿੰਘ ਜੀ ਦੇ ਕੀਮਤੀ ਵਿਚਾਰਾਂ ਸਮੇਤ ਫੇਰ ਹਾਜ਼ਰ ਹੋਵਾਂਗੀ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।